ਆਦ ਸੱਚ ਆਦ ਸੱਚ ਹੈ ਵੀ ਸੱਚ। ਨਾਨਕ ਹੋਸੀ ਵੀ ਸੱਚ। ਬੇਸ਼ੁਮਾਰ ਅਥਾਹ ਅਗਣਤ ਅਤੁਲੈ। ਜਿਉ ਬੁਲਾਓ ਤਿਉ ਨਾਨਕ ਦਾਸ ਬੋਲੇ। ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਸੋਰਠ ਮਹੱਲਾ ਪਹਿਲਾ। ਘਰ ਪਹਿਲਾ ਚੌਪਦੇ। ਸਭਨਾ ਮਰਨਾ ਆਇਆ ਵਿਛੋੜਾ ਸਭਨਾ। ਪੁੱਛੋ ਜਾਏ ਸਿਆਣਿਆ ਅੱਗੇ ਮਿਲਨ ਕਿਨਹਾ। ਜਿਨ ਮੇਰਾ ਸਾਹਿ ਵਿਸਰੈ ਵੱਡੜੀ ਵੇਦਨ ਤਿਨਹਾ। ਹੀ ਸਲਾਹੋ ਸਾਚਾ ਸੋਏ ਜਾਂ ਕੀ ਨਦਰ ਸਦਾ ਸੁਖ ਹੋਏ ਰਹਾਓ। ਵੱਡਾ ਕਰ ਸਲਾਹਣਾ ਹੈ ਪੀਓ ਸੀ ਸੋਏ। ਸਭਨਾ ਦਾਤਾ ਏਕ ਤੂੰ ਮਾਨਸ ਦਾਤ ਨ ਹੋਏ। ਜੋ ਤਿਸ ਭਾਵੈ ਸੋ ਥੀਐ ਰੰਨ ਕੇ ਰੁੰਨੈ ਹੋਏ। ਧਰਤੀ ਉੱਪਰ ਕੇ ਕੋਟ ਗੜ ਕੀਤੀ ਗਈ ਵਜਾਏ। ਜੋ ਅਸਮਾਨ ਨ ਮਾਵਣੀ ਤਿਨ ਨਖ ਨੱਥਾਂ ਪਾਏ। ਜੇ ਮਨ ਜਾਣੈ ਸੂਲੀਆਂ ਕਾਹੇ ਮਿੱਠਾ ਖਾਏ। ਨਾਨਕ ਔਗਣ ਜੇਤੜੇ ਤੇਤੇ ਗਲੀ ਜੰਜੀਰ। ਜੇ ਗੁਣ ਹੋਣ ਤਾਂ ਕੱਟੀਅਨ ਸੇ ਭਾਈ ਸੇ ਵੀਰ। ਅੱਗੇ ਗਏ ਨ ਮੰਨੀਅਨ ਮਾਰ ਕੱਢੋ ਵੇ ਪੀਰ। ਨਾਨਕ ਔਗਣ ਜੇਤੜੇ ਤੇਤੇ ਗਲੀ ਜੰਜੀਰ। ਜੇ ਗੁਣ ਹੋਣ ਤਾਂ ਕੱਟੀਅਨ ਸੇ ਭਾਈ ਸੇ ਵੀਰ। ਅੱਗੇ ਗਏ ਨ ਮੰਨੀਅਨ ਮਾਰ ਕੱਢੋ ਵੇ ਪੀਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਸਾਹਿਬੇ ਕਮਾਲ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰੂ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ। ਹਮ ਤਨਵੰਤ ਭਾਖਟ ਸਚ ਨਾਏ। ਹਰ ਗੁਣ ਗਾਵੇ ਸਹਿ ਸੁਭਾਏ। ਪਿਓ ਦਾਦੇ ਕਾ ਖੋਲ ਡਿਠਾ ਖਜ਼ਾਨਾ। ਤਾਂ ਮੇਰੇ ਮਨ ਭਿਆ ਨਿਧਾਨਾ। ਅਕਾਲ ਪੁਰਖ ਵਾਹਿਗੁਰੂ ਵੱਲੋਂ ਬਖਸ਼ਿਆ ਹੋਇਆ ਅਮੋਲਕ ਗੁਰਬਾਣੀ ਦਾ ਖਜ਼ਾਨਾ ਜੋ ਸਾਨੂੰ ਪਿਤਾ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਲਿਆ ਕੇ ਦਿੱਤਾ ਹੈ। ਦਸਾਂ ਰੂਪਾਂ ਦੇ ਵਿੱਚ ਵਰਤ ਕੇ ਵਾ ਭਗਤਾਂ ਦੀ ਭੱਟਾਂ ਦੀ ਬਾਣੀ ਅਮੋਲ ਖਜ਼ਾਨਾ। ਆਓ ਸਤਿਗੁਰੂ ਪਾਤਸ਼ਾਹ ਜੀ ਫਰਮਾਨ ਕਰਦੇ ਨੇ ਇਹਨਾਂ ਅਮੋਲ ਗੁਰਬਾਣੀ ਦੇ ਰਤਨਾਂ ਨਾਲ ਜੁੜ ਕੇ ਆਪਣੇ ਜੀਵਨ ਨੂੰ ਸਫਲ ਕਰ ਲਵੋ। ਕਿਉਂਕਿ ਮਨੁੱਖ ਜਿਸ ਵੀ ਹਸਤੀ ਨਾਲ ਜਿਸ ਵੀ ਵਸਤੂ ਨਾਲ ਜੁੜਦਾ ਹੈ ਉਹ ਉਸੇ ਤਰ੍ਹਾਂ ਦਾ ਹੋ ਜਾਂਦਾ ਹੈ। ਉਹਨੂੰ ਲੋਕ ਉਸੇ ਤਰ੍ਹਾਂ ਸੁਧਣ ਲੱਗ ਜਾਂਦੇ ਨੇ। ਉਸੇ ਤਰ੍ਹਾਂ ਉਹਨੂੰ ਬੁਲਾਉਣ ਲੱਗ ਜਾਂਦੇ ਨੇ। ਉਹਦੇ ਵਿੱਚ ਉਹ ਗੁਣ ਵੀ ਆ ਜਾਂਦੇ ਨੇ। ਜਿਵੇਂ ਦੁੱਧ ਵੇਚਣ ਵਾਲਾ ਸ਼ੁਰੂਆਤ ਵਿੱਚ ਉਹਨੂੰ ਕੋਈ ਨਹੀਂ ਆਦਾ ਦੁੱਧੀ, ਪਰ ਜਦੋਂ ਸਮਾਂ ਲੰਘ ਜਾਂਦਾ ਹੈ ਅਤੇ ਉਹਦੀ ਅੱਲ ਪੈ ਜਾਂਦੀ ਹੈ। ਕੋਈ ਕੱਪੜੇ ਸੀਵਦਾ ਹੈ, ਉਹ ਟੇਲਰ ਦਰਜੀ ਬਣ ਜਾਂਦਾ ਹੈ। ਲੰਮਾ ਸਮਾਂ ਉਹਨੇ ਕੀਤਾ ਅਤੇ ਲੋਕ ਉਹਦੀ ਪਛਾਣ ਹੋ ਜਾਂਦੀ ਹੈ। ਭਾਵ ਕਿ ਕੋਈ ਵੀ ਕੰਮ ਕਰਦਾ ਹੈ, ਜਦੋਂ ਮਨੁੱਖ ਲੰਮਾ ਸਮਾਂ ਕਿਸੇ ਚੀਜ਼ ਨਾਲ ਜੁੜਦਾ ਹੈ, ਉਸ ਚੀਜ਼ ਨਾਲ ਜੁੜਨ ਕਰਕੇ, ਉਸ ਹਸਤੀ ਨਾਲ ਜੁੜਨ ਕਰਕੇ ਉਹਦੀ ਪਹਿਚਾਣ ਉਸ ਤਰ੍ਹਾਂ ਦੀ ਹੋ ਜਾਂਦੀ ਹੈ।
ਜਿਵੇਂ ਕੋਈ ਮੁੱਖ ਮੰਤਰੀ ਦਾ ਪੀਏ ਹੈ ਤੇ ਕਹਿੰਦੇ ਨੇ ਇੱਕ ਦੋ ਦਿਨ ਵਿੱਚ ਨਹੀਂ ਪਤਾ ਲੱਗਦਾ, 2-4 ਸਾਲਾਂ ਬਾਅਦ ਲੋਕਾਂ ਨੂੰ ਪਤਾ ਲੱਗ ਜਾਂਦਾ ਇਹ ਮੁੱਖ ਮੰਤਰੀ ਦਾ ਪੀਏ ਮਸ਼ਹੂਰ ਹੋ ਜਾਂਦਾ ਹੈ। ਮੁੱਖ ਮੰਤਰੀ ਮੁੱਖ ਪਦਵੀ ਤੋਂ ਹਟ ਵੀ ਜਾਵੇ ਤਾਂ ਵੀ ਲੋਕ ਕਹਿੰਦੇ ਨੇ ਫਲਾਣੇ ਦਾ ਪੀਏ ਸੀ। ਤੋ ਇਸੇ ਤਰ੍ਹਾਂ ਜਦੋਂ ਵਾਹਿਗੁਰੂ ਦੇ ਨਾਮ ਨਾਲ ਜੁੜਦਾ ਹੈ ਜੀਵ, ਪਰਮਾਤਮਾ ਦੇ ਨਾਮ ਨਾਲ ਜੁੜਦਾ ਹੈ, ਬਾਣੀ ਦੇ ਨਾਲ ਜੁੜਦਾ ਹੈ, ਇਹਦੀ ਵੀ ਉਸੇ ਤਰ੍ਹਾਂ ਦੀ ਹਸਤੀ ਪਹਿਚਾਣ ਬਣ ਜਾਂਦੀ ਹੈ। ਤੋ ਪਾਤਸ਼ਾਹ ਇੱਥੇ ਪ੍ਰਮਾਣ ਕਰ ਰਹੇ ਨੇ ਸੋਠ ਰਾਗ ਦੀ ਆਰੰਭਤਾ ਹੈ। ਸੋਠ ਵੈਸੇ ਗੁਰਮਤਿ ਸੰਗੀਤ ਦੇ ਵਿੱਚ ਰਾਗ ਮਾਲਾ ਦੇ ਵਿੱਚ ਇਹ ਮੇਘ ਰਾਗ ਦੀ ਇਸਤਰੀ ਹੈ, ਸੋਠ ਰਾਗਣੀ ਹੈ। ਇਹਦੇ ਬਾਰੇ ਆਪਾਂ ਅੱਗੇ ਵੀ ਕਈ ਵਾਰ ਵਿਚਾਰ ਕੀਤੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਾਰੇ ਰਾਗ ਨਹੀਂ ਹਨ, ਉਹਨਾਂ ਦੇ ਨਾਲ ਰਾਗਣੀਆਂ ਵੀ ਹਨ, ਜਿਵੇਂ ਅੱਗੇ ਧਨਾਸਰੀ ਵੀ ਰਾਗਣੀ ਆਉਣੀ ਹੈ। ਪਰ ਇਹਨਾਂ ਨੂੰ ਰਾਗ ਕਿਉਂ ਆਖਿਆ ਗਿਆ ਹੈ? ਰਾਗ ਇਸ ਆਧਾਰ 'ਤੇ ਆਖਿਆ ਗਿਆ, ਲਿਖਿਆ ਗਿਆ ਹੈ, ਜਿਵੇਂ ਆਪਾਂ ਵੇਖਦੇ ਹਾਂ ਮਨੁੱਖਾਂ ਦੀ ਕੈਟਾਗਰੀ ਦੇ ਵਿੱਚ ਇਸਤਰੀ ਹੈ, ਪੁਰਸ਼ ਹੈ, ਦੋਵਾਂ ਦਾ ਸਰੀਰ ਵੱਖੋ ਵੱਖਰਾ ਹੈ। ਵਾ ਜਿਹੜੇ ਹੀਜੜੇ ਹੁੰਦੇ ਨੇ, ਖੁਸਰੇ ਹੁੰਦੇ ਨੇ, ਉਹ ਵੀ ਮਨੁੱਖਾ ਦੇਹੀ ਉਹਨਾਂ ਨੂੰ ਵੀ ਮਿਲੀ ਹੈ, ਪਰ ਤਿੰਨਾਂ ਦਾ ਜੀਵਨ ਵੱਖੋ ਵੱਖਰਾ ਹੈ। ਮਨੁੱਖ ਬੰਦਾ ਜਿਹੜਾ ਪੁਰਸ਼ ਹੈ, ਇਸਤਰੀ ਹੈ, ਜੋ ਹੀਜੜਾ ਹੈ। ਤੋ ਇਹ ਕੈਟਾਗਰੀਆਂ ਹੋ ਗਈਆਂ। ਪਰ ਜਦੋਂ ਆਪਾਂ ਵੇਖਦੇ ਹਾਂ, ਬੁਲਾਉਂਦੇ ਹਾਂ, ਆਪਾਂ ਕਹਾਂਗੇ ਕਿੰਨੇ ਮਨੁੱਖਾਂ ਦੀ ਭੀੜ ਹੋਈ ਹੈ। ਬਹੁਤ ਮਨੁੱਖ ਉੱਥੇ ਇਕੱਠੇ ਸਨ, ਉੱਥੇ ਇਸਤਰੀਆਂ ਵੀ ਸਨ। ਹੋ ਸਕਦਾ ਉਹਨਾਂ ਵਿੱਚੋਂ ਕੁਝ ਸਰੀਰ ਜਿਹੜੇ ਖੁਸਰੇ ਹਨ ਉਹ ਵੀ ਆਏ ਹੋਣ ਵਿੱਚ, ਤੇ ਪੁਰਸ਼ ਵੀ। ਸਾਰਿਆਂ ਨੂੰ ਆਪਾਂ ਕੀ ਆਖਾਂਗੇ ਵੀ ਉੱਥੇ ਬੜੇ ਲੋਕ ਇਕੱਠੇ ਹੋਏ ਸਨ, ਬੜੇ ਮਨੁੱਖ ਇਕੱਠੇ ਹੋਏ ਸਨ। ਸਾਰਿਆਂ ਨੂੰ ਮਨੁੱਖ ਆਖਿਆ ਗਿਆ, ਭਾਵੇਂ ਉਹਦੇ ਵਿੱਚ 3 ਤਰ੍ਹਾਂ ਦੀ ਕੈਟਾਗਰੀ ਹੈ। ਜਦੋਂ ਉਹਨੂੰ ਵੱਖਰੇ ਤੌਰ 'ਤੇ ਦੇਖਿਆ ਜਾਵੇਗਾ ਫਿਰ ਉਹਦੀ ਵੱਖਰੀ ਗੱਲ ਹੋਵੇਗੀ, ਪਰ ਇੱਕ ਆਧਾਰ 'ਤੇ ਇਹ ਇਸ ਤਰ੍ਹਾਂ ਸਾਰਿਆਂ ਦਾ ਇਕੱਠਾ ਇੱਕ ਜਿਹੜਾ ਹਜੂਮ ਹੈ ਉਹਨੂੰ ਮਨੁੱਖ ਆਖਿਆ ਜਾਂਦਾ ਹੈ। ਤੋ ਇਸੇ ਤਰ੍ਹਾਂ ਕਿਉਂਕਿ ਉਹਨਾਂ ਕੋਲੋਂ ਹੀ ਮਨੁੱਖਾ ਦੇਹੀ ਹੈ, ਤੁਮਾਰਾ ਸੱਚੇ ਪਾਤਸ਼ਾਹ ਕਹਿੰਦੇ ਇਸ ਆਧਾਰ 'ਤੇ ਸੋਠ ਭਾਵੇਂ ਰਾਗਣੀ ਹੈ, ਪਰ ਇਹਨੂੰ ਸੋਠ ਰਾਗ ਇਸ ਕਰਕੇ ਲਿਖਿਆ ਗਿਆ ਹੈ। ਤੋ ਗੁਰੂ ਪਾਤਸ਼ਾਹ ਇਹਦੀ ਆਰੰਭਤਾ ਜਿਹੜੀ ਹੈ ਉਹ 595 ਅੰਗ 'ਤੇ ਹੋ ਰਹੀ ਹੈ, ਔਰ ਇਹਨੂੰ ਗਾਉਣ ਦਾ ਸਮਾਂ ਜਿਹੜਾ ਹੈ ਉਹ ਰਾਤ ਦਾ ਦੂਜਾ ਪਹਿਰ, ਰਾਤ ਦਾ ਦੂਜਾ ਪਹਿਰ ਦਾ ਸਮਾਂ ਹੈ 9 ਤੋਂ 12। ਦਿਨ ਦਾ ਪਹਿਲਾ ਪਹਿਰ ਹੁਣ ਸ਼ੁਰੂ ਹੋ ਚੁੱਕਾ ਹੈ, 6 ਤੋਂ 9 ਇਹ ਦਿਨ ਦਾ ਪਹਿਲਾ ਪਹਿਰ ਹੈ। 9 ਤੋਂ 12 ਦੂਜਾ ਪਹਿਰ, 12 ਤੋਂ 3 ਤੀਜਾ ਪਹਿਰ, 3 ਤੋਂ 6 ਰਾਤ ਦਿਨ ਦਾ ਚੌਥਾ ਪਹਿਰ ਹੋਵੇਗਾ। 3 ਤੋਂ ਸ਼ਾਮ ਦੇ 6 ਵਜੇ ਤੱਕ, ਸ਼ਾਮ ਦੇ 6 ਤੋਂ 9 ਵਜੇ ਤੱਕ ਰਾਤ ਦਾ ਪਹਿਲਾ ਪਹਿਰ ਹੋ ਜਾਵੇਗਾ। ਇਸ ਤਰ੍ਹਾਂ ਇਹ 8 ਪਹਿਰ ਹਨ ਦਿਨ ਅਤੇ ਰਾਤ ਦੇ। ਤੋ ਰਾਤ ਦਾ ਦੂਜਾ ਪਹਿਰ 9 ਤੋਂ 12 ਦਾ ਸਮਾਂ ਇਸ ਰਾਗ ਨੂੰ ਉਸ ਸਮੇਂ ਵਿੱਚ ਗਾਣਾ ਹੈ ਰਾਗ ਵਿਧੀ ਦੇ ਅਨੁਸਾਰ। ਤੋ ਪਹਿਲਾਂ ਵਾਹਿਗੁਰੂ ਜੀ ਦਾ ਮੰਗਲਾ ਚਰਨ ਕੀਤਾ ਹੈ। ਕੋਈ ਵੀ ਕਾਰਜ ਕੀਤਾ ਜਾਵੇ ਆਪਣੇ ਇਸ਼ਟ ਦੀ ਆਰਾਧਨਾ ਕੀਤੀ ਜਾਂਦੀ ਹੈ। ਤੋ ਪਾਤਸ਼ਾਹ ਜੀ ਨੇ ਅਕਾਲ ਪੁਰਖ ਵਾਹਿਗੁਰੂ ਜੀ ਦੀ ਆਰਾਧਨਾ ਕੀਤੀ, ਉਹਨਾਂ ਦਾ ਮੰਗਲਾ ਚਰਨ ਕੀਤਾ ਹੈ, ਜੋ ਆਪਾਂ ਕੱਲ ਇਹਦੀ ਕਥਾ ਵਿਚਾਰ ਸਾਂਝ ਪਾ ਚੁੱਕੇ ਹਾਂ। ਆਓ ਇਸ ਤੋਂ ਅੱਗੇ ਜੋ ਆਰੰਭਤਾ ਹੋ ਰਹੀ ਹੈ, ਸੋਠ ਮਹੱਲਾ ਪਹਿਲਾ, ਘਰ ਪਹਿਲਾ, ਚੌਪਦੇ। ਸੋਠ ਰਾਗ ਮਹੱਲਾ ਪਹਿਲਾ। ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਇੱਥੇ ਜਿਹੜੇ ਸ਼ਬਦ ਆ ਰਹੇ ਨੇ ਇਹਨਾਂ ਨੂੰ ਰਾਗ ਤਾਲ ਦੇ ਅਨੁਸਾਰ ਪਹਿਲੇ ਘਰ ਵਿੱਚ ਗਾਣਾ ਹੈ। ਚੌਪਦੇ ਇਹ ਸ਼ਬਦ 4 ਪੌੜੀਆਂ ਦਾ ਹੋਵੇਗਾ, ਇਹਦੇ ਵਿੱਚ 4 ਪੌੜੀਆਂ ਹੋਣਗੀਆਂ। ਇਹਦੇ ਵਿੱਚ ਰਹਾਉ ਦਾ ਬੰਦ ਹੈ, ਭੀ ਸਲਾਹੋ ਸਾਚਾ ਸੋਏ, ਜਾਂ ਕੀ ਨਦਰ ਸਦਾ ਸੁਖ ਹੋਏ। ਰਹਾਉ ਇਹ 2 ਪੰਕਤੀਆਂ ਇਹਦੀਆਂ
आधार जिहड़ा है रहाओ दा सारे शब्द दी मुख विचार इन्हां दे विच ही है। महाराज कहते उस अकाल पुरख वाहिगुरू नूं सलाहना करो, ओहदी सिफत करो जो सच्चा है। महाराज असीं रब दा नाम क्यों जपीए? आपां सवाल कर सकते हैं ना, अधिकार देंदे ने महाराज, कहते तेरा अधिकार है, तू सवाल कर सकदा है। बच्चा टीचर कोल सवाल कर सकता है, ये मैनू पढ़ाई करन दा की लाभ है, मैं क्यों पढ़ा? टीचर दसदा है भी ये पढ़ाई करेगा, देख मैं भी तेरे वांग सी बच्चा सी, पढ़ाई करके मैं टीचर बनया, हुण मैं वधिया नौकरी ते लगा, तनख्वाह मिलती है मैनू, वधिया घर बार सारा कुछ। तो आपां सवाल करिए महाराज जी दे कोल, गुरु पातशाह जी नाम जपण दी की लोड़ है, असीं नाम क्यों जपीए? महाराज कहते नाम जपोगे जां की नदर सदा सुख होए, वो वाहिगुरू दी फिर तुहाडे ते नज़र हो जाएगी, नज़र पवेगी। ओहदी नज़र पैण नाल की होवेगा? सदा सुख होवेगा। आपां सारे पढ़ाई क्यों करते हैं जां कोई भी दुनिया विच कला क्यों सिखते हैं? वो पैसा कमाउण वास्ते, रोटी कमाउण वास्ते, भी पैसा आवेगा, दौलत आवेगी, वधिया घर बनावांगे, वधिया गड्डी होवेगी, वधिया सवारियां, कपड़ा लीड़ा, भोजन पदार्थ, नहीं तो मनुख कोई काम करे ही ना। इसे तरह वाहिगुरू की बंदगी भी आपां क्यों करनी है? सानू सुख की इच्छा है, जो सुख को चाहे सदा शरण राम की। दुनिया विच तुसी कोई भी मनुख लभो जिहड़ा कि मैनू सुख नहीं दुख चाहिए, की मिलेगा? कोई किसी भी तरह का है, कदे भी कोई मनुख तां की पशु पंछी जानवर वो भी सुख चाहुंदे ने, उन्होंने डंडे नाल मारना चाहो ही नहीं चाहते भी सानू कोई डंडे नाल मारे कुटे, हालांकि उन्होंने समझ बहुती नहीं है। वो भी नहीं चाहते कोई सानू जहर देवे, कोई सानू धुप्पे बने भुखा रखे, भुखे प्यासे रखे। हुण पशु नूं उन्होंने खुला छड्डो, दौड़ के चलिया जाता है किहड़े पासे जिथे पानी है, चारा पिया है, तो वह भी चाहता है मैं भुखा ना रहा, मैं रज्जा तो छावें बैठा, ठंडी सुख मैनू मिले। चाहते हैं ना हर एक पशु पंछी जानवर। सब तो खतरनाक कीड़ियां विचों सप कीड़ा खतरनाक है, कीटा अंदर कीट कर दोषी दोष धरे। कीड़ियां विचों इनू सब तो दोषी मन्निया गया है। पर वो भी देखो जिथे ठंडी थां हुंदा उत्थे रहिंदा जाके, पानी विच जंगलां विच चंदन दे कोल सप बहुत हुंदे ने, क्योंकि चंदन की लकड़ बड़ी शीतल हुंदी है। इन्ना जरीला सप कीड़ा वो भी चाहता मैनू सुख मिले। भाव किन्ना भी वकारी तो वकारी बंदा होवे, किन्ना क्रूर तो क्रूर बंदा होवे, सख्त तो सख्त बंदा होवे, वो भी नहीं चाहता मैं दुखी होवां। तो महाराज कहते सुख मिलेगा नाम जपण दे नाल, बंदगी करन दे नाल। इस करके नाम ये नाम कोई आपां रब वास्ते नहीं जपना भी उहदे ते एहसान करना है, जां गुरु ते कोई एहसान नहीं करना। जिवें बच्चा स्कूल विच जा रहा है, टीचर दे कोल बच्चे 2 जाण जां 50 जाण, उहनूं कोई फर्क नहीं, उहनूं ते अपनी पदवी मिली हुई है, उहनूं अपनी पदवी मिली है। बच्चे जिहड़े जाणगे वो लाभ लै लैणगे, जिहड़े नहीं जाणगे ना लैणगे, फिर रोणगे बाद विच। जदों समां लंघ जांदा ना फिर कहते भी चंगा हुंदा 4 क्लासां पढ़दियां हुंदियां, फिर हुंदे ने। इस तरह अपना इत्थे भावें 2 शरीर आउण, भावें लख आवे, भावें ना कोई आवे, गुरु अपनी पदवी ते विराजमान सਦੀवी काल। सतगुरु मेरा सदा सदा ना आवे ना जाए, वो अविनाशी पुरख है सब मैं रिया समाए। जेड़ा आवेगा वो लाभ लहेगा, जिन्ना भी कोई आवेगा वो लाभ लहेगा। तो पातशाह फरमान कर रहे हैं, सोठ महला पहला घर पहला चौपदे। सोठ राग महला पहला, पहले पातशाह सुर ताल अनुसार इनू पहले घर में शब्द जिन्ने आने ने गाने ने। चौपदे 4 पौड़ियां का शब्द है। सबना मरना आया विछोड़ा सबना,
ਬੰਦਾ ਰੱਬ ਦਾ ਨਾਮ ਕਿਉਂ ਨਹੀਂ ਜਪਦਾ? ਇਹ ਜੀਵਨ ਨੂੰ ਬੜਾ ਪਿਆਰਾ ਲੱਗਦਾ ਹੈ। ਇਹਦੇ ਪਿਆਰ ਵਿੱਚ, ਇਹਦੇ ਮੋਹ ਦੇ ਵਿੱਚ ਜੀਵ ਨਾਮ ਨਹੀਂ ਜਪਦਾ। ਸੰਗੀ ਜੋਗੀ ਨਾਰ ਲਪਟਾਣੀ, ਉਰਜ ਰਹੀ ਰੰਗ ਰਸ ਮਾਣੀ। ਪੰਚਮ ਪਾਤਸ਼ਾਹ ਇਹ ਜ਼ਿਕਰ ਕੀਤਾ ਮਾਰੂ ਰਾਗ ਦੇ ਵਿੱਚ। ਜਿਹੜੀ ਸਰੀਰ ਹੈ, ਬੋਡੀ ਕਾਇਆ, ਇਹਨੂੰ ਇਸਤਰੀ ਆਖਿਆ ਗਿਆ, ਜੀਵ ਆਤਮਾ ਨੂੰ ਜੋਗੀ ਆਖਿਆ ਗਿਆ ਹੈ। ਸੰਗੀ ਜੋਗੀ ਨਾਰ ਲਪਟਾਣੀ, ਉਰਜ ਰਹੀ ਰੰਗ ਰਸ ਮਾਣੀ। ਇਹ ਦੇਹੀ ਦੁਨੀਆ ਦੇ ਚਸਕੇ ਭਾਲਦੀ ਹੈ। ਸਾਡੀਆਂ ਅੱਖਾਂ, ਸਾਡੀ ਜੀਵਾ, ਸਾਡੀ ਚਮੜੀ, ਕੰਨ ਆਦਿਕ। ਤੇ ਇਹ ਕਿਵੇਂ ਆਪਣੇ ਚਸਕਿਆਂ ਨੂੰ ਪੂਰਾ ਕਰ ਸਕਦੀ? ਇਹਨੂੰ ਸਾਥ ਚਾਹੀਦਾ ਆਤਮਾ ਦਾ, ਜੀਵ ਆਤਮਾ ਦਾ। ਉਹਦੇ ਨਾਲ ਮਿਲ ਕੇ ਸੰਸਾਰ ਦੇ ਰਸਾਂ ਵਿੱਚ ਉਰਝ ਜਾਂਦੀ ਹੈ। ਤੋ ਪਾਤਸ਼ਾਹ ਕਹਿੰਦੇ ਤੂੰ ਯਾਦ ਰੱਖ ਵੀ ਇੱਕ ਦਿਨ ਮਰ ਜਾਣਾ ਹੈ ਤੂੰ। ਸਾਰਿਆਂ ਨੇ ਮਰ ਜਾਣਾ ਹੈ। ਸਭਨਾ ਮਰਨਾ ਆਇਆ ਵਿਛੋੜਾ ਸਭਨਾਹ। ਜਿਹੜੇ ਰੱਬ ਨੂੰ ਭੁਲਾਈ ਬੈਠੇ ਨੇ ਉਹਨਾਂ ਦਾ ਰੱਬ ਨਾਲੋਂ ਵਿਛੋੜਾ ਪੈ ਜਾਵੇਗਾ ਸਦੀਵੀ ਕਾਲ। ਜਦੋਂ ਕੋਈ ਪ੍ਰਾਣੀ ਚੜ੍ਹਾਈ ਕਰ ਜਾਵੇ, ਆਪਾਂ ਕੀ ਅਰਦਾਸ ਕਰਦੇ ਹਾਂ? ਮਹਾਰਾਜ ਇਸ ਪ੍ਰਾਣੀ ਨੂੰ ਸਦੀਵੀ ਕਾਲ ਆਪਣੇ ਚਰਨਾਂ ਵਿੱਚ ਜੋੜ ਲਈ, ਆਪਣੇ ਚਰਨਾਂ ਵਿੱਚ ਥਾਂ ਬਖਸ਼ੀ ਦੇ। ਮਹਾਰਾਜ ਕਹਿੰਦੇ ਜੇ ਨਾਮ ਨਾ ਜਪਿਆ, ਮੌਤ ਨੇ ਤੇ ਆਉਣਾ ਹੀ ਆਉਣਾ ਹੈ, ਪਰ ਤੇਰਾ ਵਿਛੋੜਾ ਪੈ ਜਾਵੇਗਾ। ਜਿਨ੍ਹਾਂ ਨੂੰ ਰੱਬ ਵਿਸਰਿਆ ਹੋਇਆ, ਉਹਨਾਂ ਸਾਰਿਆਂ ਦਾ ਰੱਬ ਤੋਂ ਵਿਛੋੜਾ ਪੈ ਜਾਵੇਗਾ, ਰੱਬ ਤੋਂ ਦੂਰ ਚਲੇ ਜਾਣਗੇ। ਪੁੱਛੋ ਜਾਏ ਸਿਆਣਿਆ, ਅੱਗੇ ਮਿਲਨ ਕਿਨਾ। ਗੁਰਮੁਖ ਵੀ ਮਰਿਆ ਤੇ ਮਨਮੁਖ ਵੀ ਮਰਿਆ। ਮਹਾਰਾਜ ਦੇ ਕੋਲ ਸਵਾਲ ਸੱਚੇ ਪਾਤਸ਼ਾਹ ਵੀ ਕਿਸੇ ਦਾ ਅੱਗੇ ਮਿਲਾਪ ਹੁੰਦਾ ਰੱਬ ਨਾਲ? ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਜਿਹੜੇ ਗੁਰਮੁਖ ਸਿਆਣੇ ਨੇ, ਬੰਦਗੀ ਵਾਲੇ। ਆਪਾਂ ਸਿਆਣਾ ਕਿਸੇ ਹੋਰ ਨੂੰ ਕਹਿੰਦੇ ਆ। ਜਿਹੜਾ ਧਾਗੇ ਤਵੀਤ ਕਰੇ, ਆਪਾਂ ਕਹਿੰਦੇ ਆ ਵੀ ਇਹ ਪਿੰਡ ਸ਼ਹਿਰ ਵਿੱਚ ਉਹ ਬੰਦਾ ਸਿਆਣਾ ਉੱਥੇ ਰਹਿੰਦਾ ਹੈ। ਕਾਰਨ ਅਸੀਂ ਆਪ ਉਹਨੇ ਕੁ ਸਿਆਣੇ ਹਾਂ, ਉਹਨੂੰ ਸਿਆਣਾ ਸਮਝ ਲੈਂਦੇ ਆ ਜਿਸ ਤਰ੍ਹਾਂ ਦੀ ਸਾਡੀ ਮਨੋਬਿਰਤੀ ਹੈ। ਪਾਤਸ਼ਾਹ ਕਹਿੰਦੇ ਸਿਆਣਾ ਬੰਦਾ ਉਹ ਹੈ ਜਿਹਨੂੰ ਰੱਬ ਦੀ ਸਮਝ ਹੈ। ਨਹੀਂ ਤਾਂ ਮਹਾਰਾਜ ਨੇ ਬਾਣੀ ਵਿੱਚ ਪਤਾ ਕੀ ਲਿਖਿਆ ਸਾਨੂੰ? ਗੁਰ ਕੀ ਮਤ ਤੂੰ ਲੇਹ ਇਆਨੇ। ਬੰਦਗੀ ਤੋਂ ਬਿਨਾਂ ਜਿੰਨੇ ਵੀ ਲੋਕ ਨੇ, ਭਾਵੇਂ ਕਿਸੇ ਨੇ PhD ਕੀਤੀ ਜਾਂ ਕੁਝ ਵੀ ਦਾਅਵੇ ਕਰਦਾ ਹੈ, ਉਹ ਨਿਆਣਾ ਹੀ ਹੈ, ਬੇਸਮਝ ਹੈ। ਗੁਰ ਕੀ ਮਤ ਤੂੰ ਲੇਹ ਇਆਨੇ। ਕਈ ਜੋਤਸ਼ੀ ਸਿਰ ਸਿਰ TV ਤੇ ਆਪਣਾ ਜੋਸ਼ ਦਾ ਭੰਡਾਰਾ ਖੋਲ ਕੇ ਬਹਿ ਜਾਂਦੇ ਨੇ, ਆਪਣਾ ਆਪ ਦਾ ਪਤਾ ਨਹੀਂ ਹੁੰਦਾ। ਮਹਾਰਾਜ ਕਹਿੰਦੇ ਜਿਹੜੇ ਰੱਬ ਨਾਲੋਂ ਟੁੱਟੇ ਨੇ, ਉਹ ਭਾਵੇਂ ਕੁਝ ਵੀ ਕਹੀ ਜਾਣ, ਉਹ ਇਆਣੇ ਹਨ, ਬੇਸਮਝਨ। ਗੁਰ ਕੀ ਮਤ ਤੂੰ ਲੈ ਇਆਨੇ, ਭਗਤ ਬਿਨਾ ਵੋ ਡੁੱਬੇ ਸਿਆਣੇ। ਜਿਹੜੇ ਆਪਣੇ ਆਪ ਨੂੰ ਸਿਆਣੇ ਕਹਿੰਦੇ ਸੀ ਨਾ, ਭਗਤੀ ਤੋਂ ਬਿਨਾ ਉਹ ਡੁੱਬ ਗਏ। ਉਹਨਾਂ ਸਿਆਣੇ ਗੁਰਮੁਖਾਂ ਨੂੰ ਪੁੱਛੋ ਜਿਹੜੇ ਰੱਬ ਦੀ ਬੰਦਗੀ ਕਰਦੇ ਨੇ, ਅੱਗੇ ਕਿਸੇ ਦਾ ਮਿਲਾਪ ਹੈ? ਮਰਿਆ ਤੇ ਗੁਰਮੁਖ ਵੀ ਮਨਮੁਖ ਵੀ, ਦੋਵਾਂ ਦੀ ਮੌਤ ਤਾਂ ਇੱਕੋ ਜਿਹੀ ਹੋਈ ਹੈ। ਕੀ ਰੱਬ ਦਾ ਮਿਲਾਪ ਦੋਵਾਂ ਦਾ ਹੋਵੇਗਾ? ਤਾਂ ਮਹਾਰਾਜ ਕਹਿੰਦੇ ਨਹੀਂ ਭਾਈ, ਜਿਨ ਮੇਰਾ ਸਾਹਿਬ ਵਿਸਰੈ ਵੱਡੜੀ ਵੇਦਨ ਤਿਨਾ। ਜਿਨ੍ਹਾਂ ਨੂੰ ਮੇਰਾ ਸਾਹਿਬ ਮਾਲਕ ਵਿਸਰ ਗਿਆ, ਉਹਨਾਂ ਨੂੰ ਅੱਗੇ ਬੜੀ ਵੱਡੀ ਵੇਦਨਾ ਸਹਾਰਨੀ ਪੈਂਦੀ, ਬੜੀ ਵੱਡੀ ਪੀੜਾ ਸਹਾਰਨਾ ਪੈਂਦੀ ਹੈ। ਇਹਨੂੰ ਸੌਖਾ ਸਮਝ ਲਈਏ ਆਪਾਂ। ਜਿਵੇਂ ਜਿਹੜਾ ਬੱਚਾ ਅੱਜ ਨਹੀਂ ਪੜ੍ਹ ਰਿਹਾ, ਜਦੋਂ ਵਿਆਹ ਹੋ ਗਿਆ, ਕਬੀਲਦਾਰੀ ਪੈ ਗਈ, ਦਿਹਾੜੀ ਕਰੇਗਾ, ਬੜਾ ਰੋਵੇਗਾ, ਵੱਡੀ ਪੀੜਾ ਸ਼ੁਰੂ ਹੋ ਗਈ ਨਾ। ਰਿਸ਼ਤੇਦਾਰਾਂ ਵਿੱਚ ਜਾਵੇਗਾ ਤਾਂ ਉੱਥੇ ਬੇਇੱਜ਼ਤੀ ਹੋਵੇਗੀ, ਸ਼ਰਮਸ਼ਾਰ ਹੋਣਾ ਪਵੇਗਾ। ਦੂਜਿਆਂ ਨੇ ਵਧੀਆ ਕੱਪੜੇ ਪਾਏ ਹੋਣਗੇ, ਵਧੀਆ ਗੱਡੀ ਕੋਲ ਹੋਵੇਗੀ, ਇਹ ਸ਼ਰਮਿੰਦਾ ਹੋਵੇਗਾ। ਉਸ ਸਮੇਂ ਬੜਾ ਆਪਣੇ ਆਪ ਨੂੰ ਪੀੜਾ ਵਿੱਚ ਮਹਿਸੂਸ ਕਰੇਗਾ। ਉਸ ਤੋਂ ਅੱਗੇ ਬੱਚੇ ਵਿਆਹੇ ਗਏ, ਕੋਈ ਪੈਸਾ ਕੋਲ ਨਹੀਂ ਸੀ, ਹੁਣ ਬੱਚਿਆਂ ਨੇ ਵੀ ਪੁੱਛਣਾ ਛੱਡ ਦਿੱਤਾ, ਸਰੀਰ ਰਹਿ ਗਿਆ। ਹੁਣ ਉਦੋਂ ਜ਼ਿਆਦਾ ਕਲਪਦਾ ਹੈ, ਉਦੋਂ ਜ਼ਿਆਦਾ ਰੋਂਦਾ। ਆਪਾਂ ਵੇਖਿਆ ਕਈ ਬਜ਼ੁਰਗ ਰੁਲਦੇ ਰਹਿੰਦੇ ਨੇ ਸੜਕਾਂ 'ਤੇ, ਬੁਰੇ ਹਾਲ ਹੋ ਜਾਂਦੇ ਨੇ, ਕੀੜੇ ਪੈ ਜਾਂਦੇ ਸਰੀਰ ਦੇ ਵਿੱਚ।
ਕਿਉਂਕਿ ਜਦੋਂ ਸਮਾਂ ਸੀ ਉਦੋਂ ਜੀਵਨ ਨੂੰ ਸੰਭਾਲਿਆ ਨਹੀਂ ਹੈ, ਉਦੋਂ ਵਿਦਿਆ ਤਾਲੀਮ ਕੋਈ ਗੁਣ ਨਾ ਲਈ। ਕਿੰਨੀ ਵੱਡੀ ਪੀੜਾ ਸ਼ੁਰੂ ਹੋ ਗਈ। ਤੋ ਮਹਾਰਾਜ ਕਹਿੰਦੇ ਇਸੇ ਤਰ੍ਹਾਂ ਜਿਨ੍ਹਾਂ ਨੂੰ ਰੱਬ ਮਿਲ ਗਏ ਵਿਸਰ ਗਿਆ, ਉਹਨਾਂ ਨੂੰ ਅੱਗੇ ਵੱਡੀ ਪੀੜਾ ਸ਼ੁਰੂ ਹੋ ਜਾਂਦੀ ਹੈ। ਪਤਾ ਨਹੀਂ ਕਿੰਨੇ ਕੁ ਯੁੱਗ ਫਿਰ ਉਹ ਦੁੱਖ ਝੱਲਣਾ ਪੈਂਦਾ ਹੈ। ਇਸ ਕਰਕੇ ਭੀ ਸਲਾਹੋ ਸਾਚਾ ਸੋਏ। ਇਸ ਕਰਕੇ ਮਹਾਰਾਜ ਕਹਿੰਦੇ ਸੋ ਵਾਹਿਗੁਰੂ ਪਰਮਾਤਮਾ ਨੂੰ ਸਲਾਹੁਣਾ ਕਰੋ, ਉਹਦਾ ਨਾਮ ਜਪਣਾ ਕਰੋ, ਜਾਂ ਕੀ ਨਦਰ ਸਦਾ ਸੁਖ ਹੋਏ। ਉਸ ਵਾਹਿਗੁਰੂ ਦੀ ਨਜ਼ਰ ਨਾਲ ਫਿਰ ਸਦਾ ਸੁਖ ਮਿਲਦਾ ਹੈ, ਸਦਾ ਸੁਖ ਮਿਲਦਾ ਹੈ। ਜਿੰਨਾ ਕੋਈ ਨਾਮ ਜਪਦਾ ਓਨੀ ਵੱਡੀ ਵਾਹਿਗੁਰੂ ਦੀ ਬਖਸ਼ਿਸ਼ ਹੁੰਦੀ ਹੈ। ਜਿਵੇਂ ਜਿੰਨਾ ਕੋਈ ਬੱਚਾ ਪੜ੍ਹ ਗਿਆ ਓਨੀ ਵੱਡੀ ਉਹਨੂੰ ਪਦਵੀ ਮਿਲ ਜਾਂਦੀ। ਇੱਕੋ ਸਕੂਲ ਵਿੱਚੋਂ ਪੜ੍ਹ ਕੇ ਕੋਈ ਚਪੜਾਸੀ ਲੱਗਦਾ ਹੈ ਤੇ ਕੋਈ ਸਕੂਲ ਵਿੱਚ ਪ੍ਰਿੰਸੀਪਲ ਲੱਗ ਜਾਂਦਾ ਹੈ। ਇੱਕੋ ਸਕੂਲ ਵਿੱਚੋਂ ਪੜ੍ਹੇ ਨੇ ਬੱਚੇ, ਕੋਈ ਜੱਜ ਲੱਗ ਜਾਂਦਾ ਹੈ ਤੇ ਕੋਈ ਮੁਜਰਮ ਬਣ ਜਾਂਦਾ ਹੈ, ਕੋਈ ਉੱਥੇ ਅਰਦਲੀ ਬਣ ਜਾਂਦਾ ਹੈ, ਅੱਗੇ ਆਵਾਜ਼ ਦੇਣ ਵਾਲਾ। ਪੜ੍ਹ ਕੇ ਗਏ ਪਰ ਉਹ ਪੜ੍ਹਾਈ ਜਿੰਨੀ ਕਿਸੇ ਨੇ ਕੀਤੀ ਉਸ ਹਿਸਾਬ ਨਾਲ ਪਦਵੀ ਮਿਲ ਗਈ। ਰਹਾਓ ਵਿਸ਼ਰਾਮ ਦੇ ਕੇ ਮਹਾਰਾਜ ਕਹਿੰਦੇ ਨੇ ਵੱਡਾ ਕਰ ਸਲਾਹਣਾ ਹੈ ਪੀ ਹੋਸੀ ਸੋਏ। ਵਾਹਿਗੁਰੂ ਨੂੰ ਵੱਡਾ ਕਰਕੇ ਸਦਾ ਉਹਦੀਆਂ ਵੱਡੀਆਂ ਵਡਿਆਈਆਂ ਕਰਨੀਆਂ ਨੇ। ਵਾਹਿਗੁਰੂ ਤੇਰੇ ਵਰਗਾ ਹੋਰ ਕੋਈ ਨਹੀਂ ਹੈ, ਔਰ ਹੈ ਵੀ ਇਹ ਸੱਚ, ਵਾਹਿਗੁਰੂ ਵਰਗਾ ਕੋਈ ਸਮਰੱਥ ਹੈ ਵੀ ਨਹੀਂ। ਹੈ ਭੀ ਹੋਸੀ ਸੋਏ। ਆਪਾਂ ਜਦੋਂ ਮੂਲ ਮੰਤਰ ਦਾ ਜਾਪ ਕਰਦੇ ਹਾਂ ਆਦ ਸੱਚ ਜੁਗਾਦ ਸੱਚ, ਹੈਪੀ ਨਹੀਂ ਹੈ। ਕਈ ਹੈਪੀ ਬੋਲ ਜਾਂਦੇ ਨੇ, ਹੈਪੀ ਤੇ ਨਾਂ ਬਣ ਗਿਆ ਕਿਸੇ ਦਾ। ਹੈ ਭੀ ਸੱਚ ਰਾਮ ਨਾਲ ਬੋਲਣਾ ਹੈ ਭੀ ਸੱਚ ਹੈ ਵੀ। ਹੈਪੀ ਕਹਾਂਗੇ ਨਾ ਇਕੱਠਾ, ਹੈਪੀ ਨਾ ਬਣ ਜਾਵੇਗਾ। ਇੱਥੇ ਵੀ ਉਹ ਸ਼ਬਦ ਆਇਆ ਹੈ ਵੱਡਾ ਕਰ ਸਲਾਹਣਾ ਹੈ ਭੀ ਹੋਸੀ ਸੋਏ। ਹੁਣ ਵੀ ਹੈ, ਅੱਗੇ ਵੀ ਹੋਏਗਾ। ਉਹ ਵਾਹਿਗੁਰੂ ਸਦੀਵੀ ਕਾਲ ਹੈ, ਸਦਾ ਵਾਸਤੇ ਹੈ, ਕਾਲ ਤੋਂ ਬਿਨਾਂ ਵੀ ਹੈ। ਉਹ ਵਾਹਿਗੁਰੂ ਸਦਾ ਹੈ। ਹੈਪੀ ਨਹੀਂ ਕਹਿਣਾ, ਹੈ ਭੀ ਹੈ ਨੂੰ ਲੰਮਾ ਕਰਕੇ ਹੈ ਭੀ ਸੋਏ। ਹੈ ਭੀ ਹੋਸੀ ਸੋਏ। ਵਾਹਿਗੁਰੂ ਹੈ ਵੀ ਹੈ, ਹੁਣ ਵੀ ਹੈ, ਅੱਗੇ ਵੀ ਹੋਵੇਗਾ, ਸਦਾ ਹੈ। ਸਭਨਾ ਦਾਤਾ ਏਕ ਤੂੰ ਮਾਨਸ ਦਾਤ ਨਾ ਹੋਏ। ਦਾਤਾ ਦੇਣ ਵਾਲਾ ਇੱਕੋ ਵਾਹਿਗੁਰੂ ਅਕਾਲ ਪੁਰਖ ਹੈ। ਕਿਸੇ ਬੰਦੇ ਨੂੰ ਦਾਤਾ ਨਾ ਸਮਝ ਲਓ ਜੇ। ਸਭਨਾ ਦਾਤਾ ਏਕ ਤੂੰ, ਸਾਰਿਆਂ ਨੂੰ ਦਾਤਾ ਦੇਣ ਵਾਲਾ ਇੱਕੋ ਤੂੰ ਹੈ। 84 ਲੱਖ ਦੁਨੀਆਂ ਦੇ ਜੀਵਾਂ ਨੂੰ। ਮਾਨਸ ਦਾਤ ਨਾ ਹੋਏ, ਮਨੁੱਖ ਦਾਤਾ ਨਹੀਂ ਬਣ ਸਕਦਾ। ਦਾਤਾ ਕੇਵਲ ਇੱਕੋ ਵਾਹਿਗੁਰੂ ਹੈ। ਅੱਜ ਮਨੁੱਖ ਕੁਝ ਦੇ ਰਿਹਾ ਹੋ ਸਕਦਾ, ਕੱਲ ਨੂੰ ਭਿਖਾਰੀ ਹੋ ਜਾਵੇ। ਆਪ ਮੰਗਦਾ ਫਿਰੇ, ਜੋ ਤਿਸ ਭਾਵੈ ਸੋ ਥੀਐ, ਰੰਨ ਕੇ ਰੁੰਨੈ ਹੋਏ। ਜੋ ਵਾਹਿਗੁਰੂ ਨੂੰ ਭਾਉਂਦਾ ਹੈ ਉਹੀ ਕੁਝ ਹੁੰਦਾ ਹੈ। ਰੰਨਾਂ ਦੀ ਤਰ੍ਹਾਂ ਰੋਣ ਨਾਲ ਕੁਝ ਨਹੀਂ ਬਣਦਾ। ਭਾਵ ਐਵੇਂ ਰੋਈ ਜਾਣਾ, ਮਾੜੀ ਮਾੜੀ ਗੱਲ ਤੇ ਝੁਰੀ ਜਾਣਾ, ਇਸ ਤਰ੍ਹਾਂ ਕੁਝ ਨਹੀਂ ਹੁੰਦਾ। ਜੋ ਵਾਹਿਗੁਰੂ ਨੂੰ ਭਾਉਂਦਾ ਉਹੀ ਹੁੰਦਾ। ਕਈ ਬੰਦੇ ਨੇ ਮਾੜੇ ਜਿਹੇ ਦੁੱਖ ਤੇ ਹੀ ਕਲਪ ਜਾਂਦੇ ਨੇ। ਮਹਾਰਾਜ ਕਹਿੰਦੇ ਵੱਡਾ ਜਿਗਰਾ ਰੱਖ, ਜੋ ਰੱਬ ਨੇ ਕਰਨਾ ਹੋ ਜਾਣਾ, ਤੂੰ ਐਵੇਂ ਰੋਈ ਜਾਂਦਾ ਹੈ। ਤੂੰ ਆਪਣਾ ਜੀਵਨ ਜੀ ਜਾ, ਵੇਖੀ ਜਾ, ਦੁੱਖ ਆਵੇਗਾ ਸੁੱਖ ਆਵੇਗਾ, ਕੋਈ ਗੱਲ ਨਹੀਂ। ਜਿਵੇਂ ਮੌਸਮ ਆਉਂਦਾ ਆਪਾਂ ਹਰ ਇੱਕ ਮੌਸਮ ਨੂੰ ਐਕਸੈਪਟ ਕਰ ਲੈਂਦੇ ਹਾਂ। ਸਰਦੀ ਆਈ, ਗਰਮੀ ਆਈ, ਮੀਂਹ ਆਇਆ, ਹਨੇਰੀ ਆਈ, ਕੁਝ ਵੀ ਸਮਾਂ ਕੈਸਾ ਵੀ ਆਇਆ, ਆਪਾਂ ਕੋਈ ਗੱਲ ਨਹੀਂ, ਉਸ ਹਿਸਾਬ ਨਾਲ ਚੱਲਣ ਲੱਗ ਪੈਂਦੇ ਆ ਨਾ। ਇਸੇ ਤਰ੍ਹਾਂ ਦੁੱਖ ਆਵੇ ਸੁੱਖ ਆਵੇ, ਆਪਣਾ ਜੀਵਨ ਨਹੀਂ ਛੱਡਣਾ। ਕਿ ਗਰਮੀ ਪੈਣ ਲੱਗ ਜਾਵੇ, ਬਹੁਤ ਲੋਕੀ ਆਪਣਾ ਕੰਮ ਛੱਡ ਦਿੰਦੇ ਨੇ। ਕਦੇ ਨਹੀਂ ਨਾ ਛੱਡਦੇ, ਸਾਰੇ ਜਾਂਦੇ ਨੇ ਆਪਣੇ ਕੰਮ। ਬੱਚੇ ਪੜ੍ਹਨ ਜਾਂਦੇ ਨੇ, ਸਾਰੇ ਆਪਣਾ ਕੰਮ ਕਰਦੇ ਨੇ। ਕਿੰਨੀ ਸਰਦੀ ਪੈਣ ਲੱਗ ਜਾਵੇ ਤਾਂ ਵੀ ਲੋਕ ਕੰਮ ਕਰ, ਮੀਂਹ ਲੱਗਾ ਹੋਵੇ ਤਾਂ ਵੀ ਜਾਂਦੇ ਨੇ ਆਪਣੇ ਕੰਮ 'ਤੇ। ਕੋਈ ਵੀ ਸਮਾਂ ਕੋਈ ਰੁੱਤ ਹੋਵੇ, ਉਹ ਕਹਿੰਦੇ ਨਹੀਂ ਭਾਈ ਮੇਰੀ ਡਿਊਟੀ, ਮੈਂ ਜਾਣਾ ਜ਼ਰੂਰ ਆਪਣੇ ਕੰਮ 'ਤੇ। ਜਿਹੜੇ ਪੱਕੇ ਆਪਣੇ ਕੰਮ ਦੇ ਨੇ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਦੁੱਖ ਸੁੱਖ ਇਹ ਵੀ ਇਸੇ ਤਰ੍ਹਾਂ ਹੀ ਹੈ। ਦੁੱਖ ਆਵੇ ਸੁੱਖ ਆਵੇ, ਤੂੰ ਗੁਰੂ ਦਾ ਲੜ ਪਕੜ ਕੇ ਰੱਖਣਾ, ਬਾਣੀ ਪੜ੍ਹਨੀ, ਨਾਮ ਜਪਣੀ। ਗਰੀਬੀ ਆ ਗਈ, ਮੀਰੀ ਆ ਗਈ, ਕੋਈ ਗੱਲ ਨਹੀਂ ਹੈ। ਭਗਤ ਕਬੀਰ ਸਾਹਿਬ ਜੀ ਕਹਿੰਦੇ ਕਿ ਚਿੰਤਾ ਨਹੀਂ ਕਰਨੀ, ਫਿਕਰ ਨਹੀਂ ਕਰਨੀ, ਸੰਪੈ ਦੇਖ ਨਾ ਹਰ ਕੀ ਹੈ, ਬਿਪਤ ਦੇਖ ਨਾ ਰੋਏ।
ਧਨ ਘਰ ਵਿੱਚ ਆਵੇ ਤੇ ਡੀਜੇ ਲਾ ਕੇ ਭੰਗੜੇ ਨਹੀਂ ਪਾਉਣ ਲੱਗ ਜਾਣ। ਲੋਕਾਂ ਦਾ ਕੰਮ ਐਸਾ ਹੁੰਦਾ, ਭਾ ਧਨ ਬਹੁਤ ਆਵੇ ਨਾ ਉਂਝੇ ਹੀ ਫੰਕਸ਼ਨ ਰੱਖ ਕੇ ਬਹਿ ਜਾਂਦੇ ਨੇ, ਬੇਮਤਲਬ ਹੀ। ਪੈਸਾ ਆ ਗਿਆ ਕਹਿੰਦੇ ਅਸੀਂ ਨਹੀਂ ਪਾਰਟੀ ਕਰਨੀ ਹੈ। ਭਗਤ ਕਬੀਰ ਸਾਹਿਬ ਕਹਿੰਦੇ ਧਨ ਆਇਆ ਤੇ ਬਾਤਾ ਖੁਸ਼ ਨਾ ਹੋ, ਸੰਪੈ ਦੇਖ ਨਾ ਹਰ ਕੀ ਹੈ, ਬਿਪਤ ਦੇਖ ਨਾ ਰੋਏ। ਘਰ ਵਿੱਚ ਕੋਈ ਬਿਪਤਾ ਪੈ ਗਈ ਤੇ ਰੋਣ ਨਾ ਲੱਗ ਜਾਵੇਂ, ਕਲਪਣ ਨਾ ਲੱਗ ਜਾ। ਜਿਉਂ ਸੰਪੈ ਤੋਂ ਬਿਪਤ ਹੈ, ਜਿਵੇਂ ਧਨ ਆਇਆ ਹੈ ਬਿਪਤਾ ਵੀ ਉਸੇ ਤਰ੍ਹਾਂ ਹੀ, ਦੋਵਾਂ ਨੇ ਚਲਾ ਜਾਣਾ, ਨਾ ਧਨ ਨੇ ਰਹਿਣਾ ਤੇ ਨਾ ਬਿਪਤਾ ਨੇ ਰਹਿਣਾ ਹੈ। ਜਿਉਂ ਸੰਪੈ ਤੋਂ ਬਿਪਤ ਹੈ, ਬਿਧ ਨੇ ਰਚਿਆ ਸੋ ਹੋਏ, ਜੋ ਵਾਹਿਗੁਰੂ ਨੇ ਕਲਾ ਰਚੀ ਹੈ ਉਹ ਹੋਣਾ ਉਸੇ ਤਰ੍ਹਾਂ। ਤੂੰ ਆਪਣੀ ਡਿਊਟੀ ਕਰੀ ਜਾ। ਮੀਂਹ ਵੀ ਲੱਗਾ ਹੋਵੇ, ਜਿਹੜੇ ਪੱਕੇ ਬੰਦੇ ਨੇ ਆਦਮੀ ਮੈਂ ਆਪਣੇ ਦਫ਼ਤਰ ਵਿੱਚ ਜ਼ਰੂਰ ਜਾਣਾ, ਆਪਣੀ ਡਿਊਟੀ 'ਤੇ ਜ਼ਰੂਰ ਜਾਣਾ ਹੈ, ਕਿਉਂਕਿ ਕਦੇ ਵੀ ਚੈੱਕਅਪ ਹੋ ਸਕਦਾ ਹੈ ਵੀ ਅਫਸਰ ਆਇਆ ਨਹੀਂ, ਫਿਰ ਉਹ ਬੇਦਖਲ ਕਰ ਦਿੰਦੇ ਨੇ। ਤਾਂ ਮਹਾਰਾਜ ਕਹਿੰਦੇ ਆਪਾਂ ਆਪਣੀ ਡਿਊਟੀ ਕਰਨੀ ਹੈ, ਨਾਮ ਜਪਣਾ, ਬਾਣੀ ਪੜ੍ਹਨੀ ਹੈ, ਐਵੇਂ ਰੋਣ ਦੀ ਲੋੜ ਨਹੀਂ ਹੈ। ਧਰਤੀ ਉੱਪਰ ਕਾਉਟ ਗੜ ਕੀਤੀ ਗਈ ਵਜਾਏ, ਬੜੇ ਬੜੇ ਧਰਤੀ ਤੇ ਰਾਜੇ ਆਏ ਤੇ ਰੱਬ ਨੂੰ ਵਸਾਰ ਦਿੱਤਾ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੀ ਬਾਣੀ ਦੇ ਵਿੱਚ ਦੱਸਦੇ ਨੇ, ਕਈ ਰਾਜਿਆਂ ਦਾ ਨਾਂ ਲਿਆ ਮਹਾਰਾਜ ਨੇ ਉੱਥੇ ਸਪੈਸ਼ਲ ਤੌਰ ਤੇ। जोगी यति ब्रह्मचारी बड़े बड़े शतर धारी, शतर की छाया कई कोसलो चलता है। बड़े बड़े राजन के दावत फिरत देत, बड़े बड़े राजन के दर्प को दलत है। मान से महीप दलीप कैसे शतर धारी, बड़ो अवमान पुज दंड को करत है। दारा से दलीसर दुर्योधन से मान धारी, भोग भोग भूम अंत भूम ही मिलत है। ਇਹਨਾਂ ਵਿੱਚੋਂ ਜੇ ਆਪਾਂ ਹੁਣ ਜ਼ਿਕਰ ਕਰੀਏ, ਸਮੇਂ ਦੀ ਸਮਾਪਤੀ ਹੈ ਸਾਰੇ ਰਾਜਿਆਂ ਦਾ। ਜੇ ਜ਼ਿਕਰ ਕਰੀਏ ਤੇ ਸਮਾਂ ਆਪਣਾ ਸਮਾਪਤ ਹੋ ਗਿਆ ਕਥਾ ਦਾ। ਜਿਹੜਾ ਰਾਜਾ ਦੁਰਯੋਧਨ ਹੈ, ਆਪਾਂ ਉਹਦਾ ਨਾਂ ਸੁਣ ਕੇ ਸੋਚਦੇ ਹਾਂ ਵੀ ਐਵੇਂ ਛੋਟਾ ਜਿਹਾ ਰਾਜਾ ਹੋਵੇਗਾ ਕੋਈ। ਉਹ ਇੰਨਾ ਕੋਈ ਮਾਮੂਲੀ ਰਾਜਾ ਨਹੀਂ ਸੀ। ਜਿਸ ਸਮੇਂ ਜੰਗ ਦੇ ਮੈਦਾਨ ਵਿੱਚ ਭੀਸ਼ਮ ਪਿਤਾਮਾ ਨੂੰ ਮਿਲਣ ਗਿਆ, 48 ਕੋਹ ਦਾ ਪੈਂਡਾ, ਇੱਕ 12 ਯੋਜਨ, 12 ਚੌਕ 48, ਇੱਕ ਯੋਜਨ ਵਿੱਚ 4 ਕੋਹ ਦਾ ਪੈਂਡਾ ਹੁੰਦਾ ਹੈ। ਤੇ ਇੰਨਾ ਲੰਮਾ ਪੈਂਡਾ ਉਹ ਜਦੋਂ ਜਾਣਾ ਸੀ ਨਾ, ਉਹਦੇ ਰਸਤੇ ਦੇ ਵਿੱਚ ਕਈ ਵੱਡੇ ਵੱਡੇ ਰਾਜੇ ਸਾਰੇ ਰਸਤੇ ਵਿੱਚ ਛਤਰ ਲੈ ਕੇ ਖੜ ਗਏ ਸੀ। ਰਾਜੇ ਖੜੇ ਸੀ, ਸਿਪਾਹੀ ਨਹੀਂ ਸੀ ਖੜੇ। ਇੰਨੇ ਰਾਜੇ ਉਹਦੇ ਅਧੀਨ ਸਨ। ਇੰਨਾ ਹਿਸਾਬ ਲਾ ਲਓ ਵੀ 100 ਕਿਲੋਮੀਟਰ ਦਾ ਪੈਂਡਾ ਬਣ ਜਾਂਦਾ, ਇੰਨਾ ਲੰਮਾ ਪੈਂਡਾ। ਜਦੋਂ ਉਹ ਆਇਆ ਤਾਂ ਵੱਡੇ ਵੱਡੇ ਰਾਜੇ ਕੋਈ ਮਾਮੂਲੀ ਬੰਦੇ ਨਹੀਂ, ਵੱਡੇ ਵੱਡੇ ਰਾਜੇ ਉਹਦੇ ਅਧੀਨ ਸਨ। ਇੰਨਾ ਵੱਡੀ ਪਾਵਰ, ਤਾਂ ਹੀ ਤੇ ਗੁਰੂ ਗੋਬਿੰਦ ਸਿੰਘ ਉਹਦਾ ਜ਼ਿਕਰ ਕਰ ਰਹੇ ਨੇ, ਇੰਨੀ ਵੱਡੀ ਪਾਵਰ ਦਾ ਮਾਲਕ। ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਇਹਦਾ ਜ਼ਿਕਰ ਆਇਆ ਹੈ। ਧੰਨ ਭਗਤ ਨਾਮਦੇਵ ਜੀ ਆਪਣੀ ਬਾਣੀ ਦੇ ਵਿੱਚ ਵਚਨ ਕਰਦੇ ਨੇ, ਗਹਿਰੀ ਕਰਕੇ ਨੀਮ ਕੁਦਾਈ ਉੱਪਰ ਮੰਡਪ ਛਾਏ, ਮਾਰ ਕੰਡੇ ਤੇ ਕੋ ਅਧਿਕਾਈ, ਜਿਨ ਤਿਨ ਕਲ ਮੂੜ ਬੁਲਾਏ। ਹਮਰੋ ਕਰਤਾ ਰਾਮ ਸਨੇਹੀ, ਕਾਹੇ ਰੇ ਨਰ ਗਰਭ ਕਰ ਤੋ ਬਿਨ ਸਜਾਏ। ਝੂਠੀ ਦੇਈ ਮੇਰੀ ਮੇਰੀ ਕਹਿਰੋਂ ਕਰਤੇ, ਦੁਰਯੋਧਨ ਸੇ ਭਾਈ। 12 ਯੋਜਨ ਛਤਰ ਚਲੈ ਤਾ, ਦੇਹੀ ਗਿਰਜਨ ਖਾਈ। ਕੋਈ ਨਾ ਰਿਹਾ ਸੰਸਕਾਰ ਕਰਨ ਵਾਲਾ ਵੀ, ਦੇਹੀ ਰੁਲ ਗਈ ਗਿਰਜਾ ਨੇ ਖਾਧਿਆ ਮਾਤ ਨੂੰ ਨੋਚ ਕੇ। ਤੋ ਮਹਾਰਾਜ ਕਹਿੰਦੇ ਇੰਨੇ ਵੱਡੇ ਵੱਡੇ ਰਾਜੇ ਭੂਮੀ ਦੇ ਪਦਾਰਥਾਂ ਨੂੰ ਭੋਗ ਭੋਗ ਕੇ ਮਰ ਗਏ, ਖੱਪ ਗਏ। ਜੀਵਨ ਅਧੂਰਾ ਹੀ ਚਲਾ ਗਿਆ। ਧਰਤੀ ਉੱਪਰ ਕੋਟਗੜ ਕੀਤੀ ਗਈ ਵਜਾਏ, ਬੜੇ ਨਗਾਰੇ ਵਜਾਏ ਜਦੋਂ ਰਾਜ ਹੁੰਦਾ ਸੀ। ਜੋ ਅਸਮਾਨ ਨਾ ਮਾਵਣੀ, ਤਿੰਨ ਨਖ ਨੱਥਾਂ ਪਾਏ। ਜਿਹੜੇ ਅਸਮਾਨ ਦੇ ਹੇਠਾਂ ਮਾਉਂਦੇ ਨਹੀਂ ਸੀ, ਅਸਮਾਨ ਨੂੰ ਵੀ ਕੁਝ ਨਹੀਂ ਸੀ ਸਮਝਦੇ। ਜਿਵੇਂ ਬਾਬਾ ਫਰੀਦ ਜੀ ਦੇ ਬਚਨ ਆਏ ਨੇ, ਇੱਕ ਦਿਨ ਧਰਤੀ ਅਸਮਾਨ ਨੂੰ ਪੁੱਛਦੀ ਹੈ, ਫਰੀਦਾ ਜੀਮੀ ਪੁੱਛੇ ਅਸਮਾਨ, ਖੇਵਟ ਕਿੰਨ ਗਏ ਜਾਲਣ ਗੋਰਾ ਨਾਲ ਉਲਾਮੇ ਜੀ ਸੇ। ਧਰਤੀ ਪੁੱਛਦੀ ਅਸਮਾਨ ਨੂੰ, ਜਿਹੜੇ ਮੇਰੇ ਤੇ ਕਬਜ਼ਾ ਕਰਕੇ ਬੈਠੇ ਸੀ ਉਹ ਕਿੱਥੇ ਚਲੇ ਗਏ ਨੇ? ਐ ਅਸਮਾਨ ਤੂੰ ਦੱਸ ਕਿੱਥੇ ਚਲੇ ਗਏ ਨੇ? ਆਵਾਜ਼ ਆਈ, ਉਹ ਕਬਰਾਂ ਵਿੱਚ ਹੀ ਗਲ ਗਏ ਨੇ, ਮਿੱਟੀ ਵਿੱਚ ਮਿੱਟੀ ਹੋ ਗਏ ਨੇ। ਬੜੇ ਬੜੇ ਆਏ। ਮਹਾਰਾਜ ਕਹਿੰਦੇ ਜੇ ਮਨ ਜਾਣੈ ਸੂਲੀਆਂ ਖਾਏ, ਮਿੱਠਾ ਖਾਏ ਮਨ। ਜੇ ਤੂੰ ਜਾਣੇ ਵਿਸ਼ੇ ਵਿਕਾਰਾਂ ਦਾ ਮਿੱਠਾ, ਇਹ ਤੈਨੂੰ ਸੂਲੀਆਂ ਤੇ ਟੰਗ ਦੇਵੇਗਾ, ਫਿਰ ਇਹ ਮਿੱਠਾ ਕਿਉਂ ਖਾਵੇਂ? ਭਾਵ ਜੀਵ ਨੂੰ ਜੇ ਸਮਝ ਆ ਜਾਵੇ
ਤਾਂ ਉਹ ਵਿਸ਼ਿਆਂ ਵਿਕਾਰਾਂ ਵੱਲੋਂ ਹਟ ਜਾਵੇ। ਨਾਨਕ ਔਗਣ ਜੇਤੜੇ ਤੇ ਗਲੀ ਜੰਜੀਰ। ਜਿੰਨੇ ਜੀਵ ਔਗਣ ਇਕੱਠੇ ਕਰੇਗਾ ਇਹ ਸਾਰੇ ਇਹਦੇ ਗਲ ਦੀਆਂ ਫਾਹੀਆਂ ਬਣ ਜਾਣਗੀਆਂ। ਜਿਵੇਂ ਕੋਰਟ ਦੇ ਵਿੱਚ ਜਦੋਂ ਜਾਂਦਾ ਨਾ ਕੋਈ ਮੁਜਰਮ, ਉਹਦੇ ਧਾਰਾਂ ਲੱਗਦੀਆਂ ਨੇ ਵੀ ਇਹਨੇ ਕਿਸ ਹਿਸਾਬ ਨਾਲ ਬੰਦੇ ਨੂੰ ਮਾਰਿਆ ਹੈ, ਪਹਿਲਾਂ ਕੀ ਕੀਤਾ ਹੈ, ਕਿਵੇਂ ਪਲੈਨਿੰਗ ਕੀਤੀ, ਕਿ ਉਹ ਸਾਰੀਆਂ ਵੱਖੋ ਵੱਖਰੀਆਂ ਧਾਰਾਵਾਂ, ਕਤਲ ਦੀ ਵੱਖਰੀ ਹੈ, ਉਸ ਤੋਂ ਪਹਿਲਾਂ ਜਿਹੜੇ ਮਨਸੂਬੇ ਬਣਾਏ, ਜਿਹੜਾ ਹਥਿਆਰ ਵਰਤਿਆ, ਉਹਦੇ ਹਿਸਾਬ ਨਾਲ ਉਹਨੂੰ ਕਈ ਧਾਰਾਵਾਂ ਲੱਗ ਜਾਂਦੀਆਂ ਨੇ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਜਿੰਨੇ ਵੀ ਔਗਣ ਇਕੱਠੇ ਕਰ ਰਹੇ ਆ ਇੰਨੀਆਂ ਧਾਰਾਵਾਂ ਲੱਗਣੀਆਂ ਨੇ ਅੱਗੇ। ਨਾਨਕ ਔਗਣ ਜੇਤੜੇ ਤੇ ਗਲੀ ਜੰਜੀਰ, ਓਨੇ ਹੀ ਸੰਗਲ ਪੈਣੇ ਨੇ। ਜੇ ਗੁਣ ਹੋਣ ਤਾਂ ਕੱਟੀਆਂ ਸੇ ਭਾਈ ਸੇ ਵੀਰ। ਜੇ ਚੰਗੇ ਗੁਣ ਹੁਣ ਤੂੰ ਕਮਾਵੇਂਗਾ ਇਹ ਤੇਰੀਆਂ ਫਾਹੀਆਂ ਕੱਟੀਆਂ ਜਾਣਗੀਆਂ। ਇਹ ਇਸ ਤਰ੍ਹਾਂ ਤੇਰਾ ਸਾਥ ਦੇਣਗੇ ਚੰਗੇ ਗੁਣ। ਜਿਵੇਂ ਕੋਈ ਬੰਦਾ ਬਿਪਤਾ ਵਿੱਚ ਪਿਆ ਹੋਵੇ ਨਾ, ਤੇ ਉਹਦੇ ਭਾਈ ਵੀਰ ਉਹਦਾ ਸਾਥ ਦਿੰਦੇ ਨੇ, ਆ ਕੇ ਖੜ ਜਾਂਦੇ ਨੇ ਨਾਲ। ਇਸੇ ਤਰ੍ਹਾਂ ਇਹ ਚੰਗੇ ਗੁਣ, ਸੇਵਾ ਕਰਨੀ, ਦੈਵੀ ਗੁਣ, ਮਿੱਤਰਤਾ, ਧੀਰਤਾ, ਖਿਮਾ, ਸ਼ੁਭ ਗੁਣ ਜਿੰਨੇ ਵੀ ਹਨ। ਅੱਗੇ ਗਏ ਨਾ ਮੰਨੀਆਂ ਮਾਰ ਕੱਢੋ ਵੇ ਪੀਰ। ਜਿਹੜੇ ਗੁਰੂ ਵਾਲੇ ਨਹੀਂ ਬਣਦੇ, ਨਾਮ ਨਹੀਂ ਜਪਦੇ, ਬਾਣੀ ਨਹੀਂ ਪੜ੍ਹਦੇ, ਅੱਗੇ ਗਿਆ ਇਹਨਾਂ ਨੂੰ ਕੋਈ ਮਾਨਤਾ ਨਹੀਂ ਮਿਲਦੀ। ਤੇ ਰੱਬ ਦੇ ਘਰ ਵਿੱਚੋਂ ਹੁਕਮ ਹੁੰਦਾ ਇਹਨਾਂ ਨੂੰ ਬੇਪੀਰਾਂ ਨੂੰ ਕੱਢ ਕੇ ਮਾਰ ਕੇ ਕੱਢ ਦਿਓ, ਦਰਗਾਹ ਦੇ ਵਿੱਚੋਂ ਰੁਲਦੇ ਫਿਰਨ ਦਿਓ, ਇਹਨਾਂ ਨੂੰ ਇੱਥੇ ਕੋਈ ਥਾਂ ਨਹੀਂ ਹੈ। ਮਹਾਰਾਜ ਕਹਿੰਦੇ ਜਿਵੇਂ ਇੱਥੋਂ 2 ਨੰਬਰ ਵਿੱਚ ਜਾਂਦੇ ਨੇ ਨਾ ਅਮਰੀਕਾ ਜਾਂ ਹੋਰ ਦੇਸ਼ਾਂ ਦੇ ਵਿੱਚ, ਉੱਥੇ ਫੜ ਲਏ ਜਾਂਦੇ ਨੇ। ਕਈ ਦੇਸ਼ਾਂ ਵਿੱਚ ਬੰਦੇ ਮਾਰ ਹੀ ਦਿੱਤੇ ਜਾਂਦੇ ਨੇ, ਬੱਚੇ ਜਿਹੜੇ ਜਾਂਦੇ ਨੇ ਉਹਨਾਂ ਨੂੰ ਸਜ਼ਾ ਹੋ ਜਾਂਦੀਆਂ ਨੇ, ਕਹਿੰਦੇ ਗੈਰ ਕਾਨੂੰਨੀ ਤਰੀਕੇ ਨਾਲ ਆਏ ਹਨ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਅੱਗੇ ਗਏ ਨਾ ਮੰਨੀਆਂ ਮਾਰ ਕੱਢੋ ਵੇ ਪੀਰ। ਅੱਗੇ ਗਿਆ ਨੂੰ ਕੋਈ ਮਾਨਤਾ ਨਹੀਂ ਮਿਲਦੀ, ਕਹਿੰਦੇ ਬੇਪੀਰੇ ਹਨ, ਇਹਨਾਂ ਨੂੰ ਦਰਗਾਹ ਵਿੱਚੋਂ ਧੱਕੇ ਮਾਰ ਕੇ ਕੱਢ ਦਿਓ। ਸਤਿਗੁਰੂ ਜੀ ਮਿਹਰਾਮਤ ਕਰਨ, ਸਤਿਗੁਰੂ ਦੇ ਅੰਮ੍ਰਿਤ ਵਚਨਾਂ ਨੂੰ ਕਮਾਈਏ। ਸਤਿਗੁਰੂ ਦੀ ਅਗਾਧ ਬੋਧ ਬਾਣੀ ਦੀਆਂ ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।